ਆਸਾ ਇੱਕ ਤੁਕੇ ਚਾਰ, ਸਰਪਨੀ ਤੇ ਊਪਰ ਨਹੀਂ ਬਲੀਆ। ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛੜੀਆ। ਮਾਰ ਮਾਰ ਸਰਪਨੀ ਨਿਰਮਲ ਜਲ ਬੈਠੀ। ਜਿਨ ਤ੍ਰਿਭਵਨ ਡਸੀਅਲੇ ਗੁਰ ਪ੍ਰਸਾਦ ਡੀਠੀ। ਰਹਾਉ ਸਰਪਨੀ ਸਰਪਨੀ ਕਿਆ ਕਹੋ ਭਾਈ। ਜਿਨ ਸਾਚ ਪਛਾਨਿਆ ਤਿਨ ਸਰਪਨੀ ਖਾਈ। ਸਰਪਨੀ ਤੇ ਆਨ ਛੂਛ ਨਹੀਂ ਅਵਰਾ। ਸਰਪਨੀ ਜੀਤੀ ਕਹਾ ਕਰੈ ਜਮਰਾ। ਇਹ ਸਰਪਨੀ ਤਾਕੀ ਕੀਤੀ ਹੋਈ। ਬਲ ਅਬਲ ਕਿਆ ਇਸ ਤੇ ਹੋਈ। ਇਹ ਬਸਤੀ ਤਾਂ ਬਸਤ ਸਰੀਰਾ। ਗੁਰ ਪ੍ਰਸਾਦ ਸਹਿਜ ਤਰੇ ਕਬੀਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੀ ਲੜੀਵਾਰ ਵਿਆਖਿਆ ਸਰਵਣ ਕਰ ਰਹੀ ਸਾਧ ਸੰਗਤ ਜੀਓ। ਜਿਸ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਇਸ ਦਾ ਸਿਰਲੇਖ ਹੈ ਆਸਾ ਇੱਕ ਤੁਕੇ ਚਾਰ। ਕਈ ਪ੍ਰੇਮੀ ਪੁੱਛਦੇ ਨੇ ਜੀ ਇਸ ਚਾਰ ਦਾ ਕੀ ਮਤਲਬ ਹੈ। ਗੱਲ ਹੁਣ ਸਪਸ਼ਟ ਹੋ ਗਈ ਕਿ ਆਸਾ ਰਾਗ ਵਿੱਚ ਇੱਕ ਇੱਕ ਤੁਕ ਵਾਲੇ ਇਹ ਚਾਰ ਸ਼ਬਦ ਸ਼ੁਰੂ ਹੋ ਰਹੇ ਨੇ। ਇਸ ਸ਼ਬਦ ਦੇ ਅੰਦਰ ਬਾਰ-ਬਾਰ ਸਰਪਨੀ ਦਾ ਜ਼ਿਕਰ ਆ ਰਿਹਾ। ਸਰਪਨੀ ਮਾਇਆ ਦੀ ਪ੍ਰਤੀਕ ਹੈ। ਇੱਕ ਗੱਲ ਨੋਟ ਕਰਨੀ ਕਿ ਪਹਿਲਾ ਅੱਖਰ ਹੈ ਸਰਪਨੀ। ਸੱਸਾ ਰਾਰਾ ਪੱਪਾ ਨੰਨੇ ਨੂੰ ਨੀ ਬਿਆਰੀ। ਤੇ ਅੱਗੇ ਜਿਤਨੀ ਵਾਰੀ ਆਇਆ ਹੈ ਉਹ ਹੈ ਸਰਪਨੀ। ਇੱਥੇ ਪੈਰ ਵਿੱਚ ਰਾਰਾ ਹੈ। ਅਰਥਾਂ ਵਿੱਚ ਕੋਈ ਫਰਕ ਨਹੀਂ। ਪਹਿਲੇ ਜਿੱਥੇ ਸੱਸਾ ਰਾਰਾ ਪੱਪਾ ਨੰਨੇ ਨੂੰ ਨੀ ਬਿਆਰੀ ਉਹਨੂੰ ਪੜ੍ਹਨਾ ਸਰਪਨੀ। ਤੇ ਜਿੱਥੇ ਪੈਰ ਵਿੱਚ ਰਾਰਾ ਉਸ ਦਾ ਉਚਾਰਨ ਕਰਨਾ ਸਰਪਨੀ। ਭਗਤ ਕਬੀਰ ਜੀ ਨੇ ਬੜੀ ਕਿਰਪਾ ਕੀਤੀ। ਇਹ ਠੀਕ ਹੈ ਕਿ ਸਾਖੀਕਾਰਾਂ ਨੇ ਹਰ ਸ਼ਬਦ ਨੂੰ ਸਹਿਰਤਾ ਨਾਲ ਸਮਝਣ ਵਾਸਤੇ ਨਾਲ ਸਾਖੀਆਂ ਵੀ ਜੋੜੀਆਂ ਹਨ। ਇੱਕ ਤਾਂ ਸਾਡੇ ਕੋਲ ਇਤਨਾ ਸਮਾਂ ਨਹੀਂ ਕਿ ਅਸੀਂ ਹਰ ਗੱਲ ਦੇ ਨਾਲ ਸਾਖੀ ਜੋੜ ਕੇ ਸੁਣਾਈਏ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਖੀ ਸੁਣਾਉਣ ਦੇ ਨਾਲ ਉਹ ਗੱਲ ਸਮਝਣੀ ਸੌਖੈਨ ਹੋ ਜਾਂਦੀ। ਜਿਵੇਂ ਕਿ ਇਸ ਪਾਵਨ ਸ਼ਬਦ ਵਿੱਚ ਭਗਤ ਜੀ ਨੇ ਦੋ ਗੱਲਾਂ ਦੱਸੀਆਂ। ਸਰਪਨੀ ਤੇ ਊਪਰ ਨਹੀਂ ਬਲੀਆਂ। ਸਰਪਨੀ ਸ਼ਬਦ ਇਸ ਲਈ ਵਰਤਿਆ ਮਾਇਆ ਵਾਸਤੇ ਕਿ ਡੰਗ ਮਾਰਦੀ। ਔਰ ਜਦੋਂ ਸਰਪਨੀ ਕਿਸੇ ਨੂੰ ਡੰਗ ਮਾਰੇਗੀ ਤੇ ਉਹਦੇ ਤੇ ਅਸਰ ਹੋਵੇਗਾ। ਉਹਨੂੰ ਜ਼ਹਿਰ ਚੜ੍ਹੇਗਾ। ਉਹਦੀ ਆਤਮਕ ਮੌਤ ਜਿਹੜੀ ਆ ਹੋ ਜਾਏਗੀ। ਉਹ ਗਲਤ ਰਸਤੇ ਤੁਰ ਪਏਗਾ। ਅਰਥ ਕਿੰਨੇ ਹੀ ਲੰਬੇ ਕਰ। ਪਰ ਭਗਤ ਕਬੀਰ ਜੀ ਨੇ ਬੜੀ ਕਿਰਪਾ ਕੀਤੀ। ਜਿੱਥੇ ਉਹਨਾਂ ਨੇ ਸਰਪਨੀ ਦੀ ਮਾਇਆ ਦੀ ਤਾਕਤ ਦਾ ਅਸਰ ਦੱਸਿਆ ਤੇ ਮਿਸਾਲਾਂ ਦੇ ਕੇ ਦੱਸਿਆ ਕਿ ਇਸ ਦੇ ਅਸਰ ਤੋਂ ਬੜੇ ਬੜੇ ਦੇਵੀ ਦੇਵਤੇ ਵੀ ਨਹੀਂ ਬਚ ਸਕੇ। ਹੁਣ ਜੇ ਤੇ ਅਸੀਂ ਇਹ ਦੱਸਣ ਦਾ ਯਤਨ ਕਰੀਏ
ਕਿ ਬ੍ਰਹਮਾ ਜੀ ਕਿਵੇਂ ਮਾਇਆ ਦੇ ਅਸਰ ਥੱਲੇ ਆਏ, ਵਿਸ਼ਨੂੰ ਜੀ ਕਿਵੇਂ ਮਾਇਆ ਦੇ ਅਸਰ ਥੱਲੇ ਆਏ, ਮਹਾਦੇਵ ਜੀ ਨੂੰ ਮਾਇਆ ਨੇ ਕਿਵੇਂ ਡੰਗ ਲਿਆ। ਲੰਬਾ ਸਮਾਂ ਚਾਹੀਦਾ। ਫਿਰ ਇੱਕ ਹੋਰ ਮੈਂ ਦੇਖਿਆ ਕਿ ਅੱਜ ਲੋਕਾਂ ਦੇ ਅੰਦਰ ਸਮਝਣ ਦੀ ਭਾਵਨਾ ਘੱਟ ਹੈ, ਸੰਕੀਰਣਤਾ ਜ਼ਿਆਦਾ, ਤੰਗ ਦਿਲੀ ਬੜੀ ਹੈ। ਮਾੜਾ ਜਿਹਾ ਕਿਸੇ ਨੂੰ ਸਮਝਾਓ, ਨਹੀਂ ਜੀ ਤੁਸੀਂ ਸਾਡੇ ਦੇਵੀ ਦੇਵਤਿਆਂ ਨੂੰ ਇਉਂ ਕਹਿ ਦਿੱਤਾ, ਤੁਸੀਂ ਉਹਨਾਂ ਦੀ ਹੇਠੀ ਕੀਤੀ ਹੈ, ਤੁਸੀਂ ਸਾਡੇ ਹਿਰਦੇ ਨੂੰ ਠੇਸ ਪਹੁੰਚਾਈ ਹੈ, ਜਦੋਂ ਕਿ ਐਸਾ ਭਾਵ ਨਹੀਂ ਹੈਗਾ। ਭਗਤ ਜੀ ਨੇ ਦੋਵੇਂ ਪੱਖ ਸਮਝਾਏ। ਆਖਿਆ ਸਰਪਨੀ ਤੇ ਉੱਪਰ ਨਹੀਂ ਬਲੀਆਂ, ਇਸ ਮਾਇਆ ਰੂਪੀ ਸਰਪਣੀ ਤੋਂ ਹੋਰ ਕੋਈ ਬਲ ਵਾਲਾ ਨਹੀਂ ਹੈਗਾ। ਇਹ ਬੜੀ ਤਾਕਤਵਰ ਹੈ। ਇਹ ਮੋਹ ਦਾ ਡੰਗ ਮਾਰਨ ਵਾਲੀ ਜੋ ਮਾਇਆ ਹੈ, ਇਸ ਨੇ ਕਿਸੇ ਨੂੰ ਛੱਡਿਆ ਨਹੀਂ। ਹੁਣ ਜਿੰਨ ਦੇ ਨੰਨੇ ਨੂੰ ਸਿਆਰੀ ਜਿਸ ਮਾਇਆ ਨੇ, ਬ੍ਰਹਮਾ ਵਿਸ਼ਨ ਮਹਾਦੇਵ ਛਰੀਆ। ਇਹ ਹੁਣ ਤਿੰਨੇ ਮੁੱਖ ਦੇਵਤੇ ਹਨ ਤੇ ਇਹਨਾਂ ਤਿੰਨਾਂ ਦੇ ਉੱਤੇ ਮਾਇਆ ਨੇ ਕਿਵੇਂ ਅਸਰ ਕੀਤਾ। ਹੁਣ ਜਿਹੜੇ ਬ੍ਰਹਮਾ ਨੂੰ ਭਗਵਾਨ ਕਹਿੰਦੇ ਨੇ, ਵਿਸ਼ਨੂੰ ਜੀ ਨੂੰ ਭਗਵਾਨ ਕਹਿੰਦੇ ਨੇ, ਸ਼ਿਵ ਜੀ ਨੂੰ ਭਗਵਾਨ ਕਹਿੰਦੇ ਨੇ, ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਣੀ, ਪਰ ਹੈ ਅਟਲ ਸੱਚਾਈ ਹੈ ਕਿ ਇਹ ਤਿੰਨੇ ਦੇਵਤੇ ਮਾਇਆ ਦੇ ਪ੍ਰਭਾਵ ਤੋਂ ਬਚੇ ਹੋਏ ਨਹੀਂ ਹੈਗੇ। ਜੇ ਸਾਖੀਆਂ ਸੁਣਾਈਏ ਕਿ ਬ੍ਰਹਮਾ ਜੀ ਤੇ ਕਿਵੇਂ ਅਸਰ ਹੋਇਆ, ਉਹ ਆਪਣੀ ਪੁੱਤਰੀ ਤੇ ਸੁਰਸਤੀ ਤੇ ਮੋਹਿਤ ਹੋ ਗਏ, 4 ਮੂੰਹ ਲਾ ਲਏ। ਉਹ ਵਿਚਾਰੀ ਦੇਖੋ ਨਾ, ਇੱਕ ਧੀ ਦੇ ਉੱਤੇ ਪਿਤਾ ਮੰਦ ਦ੍ਰਿਸ਼ਟੀ ਨਾਲ ਦੇਖੇ, ਇਦੂ ਘਟੀਆ ਗੱਲ ਕਿਹੜੀ ਹੋ ਸਕਦੀ। ਪਰ ਸੁਰਸਤੀ ਆਪਣੇ ਆਪ ਨੂੰ ਬਚਾਉਣ ਲਈ ਸੱਜੇ ਹੋਈ, ਖੱਬੇ ਹੋਈ, ਪਿੱਛੇ ਹੋਈ, ਤੇ ਬ੍ਰਹਮਾ ਨੇ 4 ਮੂੰਹ ਲਾ ਲਏ। ਜੇ ਉਹ ਆਸਮਾਨ ਨੂੰ ਉੱਡ ਚਲੀ ਤੇ ਉਹਨੇ 5ਵਾਂ ਮੂੰਹ ਲਾ ਲਿਆ, ਤੇ ਸ਼ਿਵ ਜੀ ਨੇ ਇਹ ਘਟਨਾ ਦੇਖ ਕੇ ਉਹਦਾ 5ਵਾਂ ਸਿਰ ਲਾ ਦਿੱਤਾ। ਇਹ ਸਭ ਕੁਝ ਉਹਨਾਂ ਦੇ ਗ੍ਰੰਥਾਂ ਵਿੱਚ ਲਿਖਿਆ। ਜੇ ਕਿਸੇ ਨੇ ਸਾਰੀ ਵਿਸਤ੍ਰਿਤ ਜਾਣਕਾਰੀ ਲੈਣੀ ਹੋਵੇ ਤੇ ਉਹ ਉੱਥੋਂ ਪੜ੍ਹ ਸਕਦਾ, ਪਰ ਭਗਤ ਜੀ ਨੇ ਤੇ ਸਿਰਫ ਇਸ਼ਾਰੇ ਮਾਤਰ ਗੱਲ ਕੀਤੀ ਹੈ। ਇਸ ਮਾਇਆ ਦੇ ਢੰਗ ਤੋਂ ਕੋਈ ਨਹੀਂ ਬਚਿਆ। ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਰੀ, ਇਸੇ ਤਰ੍ਹਾਂ ਵਿਸ਼ਨੂੰ ਜੀ ਦੀ ਕਹਾਣੀ ਹੈ, ਇਸੇ ਤਰ੍ਹਾਂ ਮਹਾਦੇਵ ਜੀ ਦੀਆਂ ਕਹਾਣੀਆਂ ਉਹਨਾਂ ਦੇ ਧਰਮ ਗ੍ਰੰਥਾਂ ਵਿੱਚ ਹੀ ਲਿਖੀਆਂ ਹੋਈਆਂ। ਜਿਹਦੇ ਕੋਲ ਟਾਈਮ ਹੋਵੇ ਉਹ ਪੜ੍ਹ ਲਵੇ। ਮੈਨੂੰ ਫੋਨ ਕਰਕੇ ਪੁੱਛ ਲੈ, ਮੈਂ ਸੁਣਾ ਦਿਆਂਗਾ, ਪਰ ਮੈਂ ਇੱਥੇ ਆਪਣਾ ਸਮਾਂ ਅਜਾਈ ਨਹੀਂ ਗਵਾਉਣਾ ਚਾਹੁੰਦਾ। ਇੱਥੇ ਤਾਂ ਸਾਨੂੰ ਉਹ ਗੱਲ ਸਮਝਣ ਦਾ ਯਤਨ ਕਰਨਾ ਚਾਹੀਦਾ ਜਿਹੜੀ ਭਗਤ ਕਬੀਰ ਜੀ ਕਹਿ ਰਹੇ। ਮੈਂ ਹਮੇਸ਼ਾ ਕਹਿਣਾ, ਅੰਬ ਖਾਣੇ ਕੇ ਬੂਟੇ ਗਿਣਨੇ। ਤੁਸੀਂ ਅਸਲ ਗੱਲ ਨੂੰ, ਤੱਤ ਵਸਤੂ ਨੂੰ ਸਮਝੋ। ਸਰਪਨੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਰੀਆ। ਪਰ ਨਾਲ ਹੀ ਰਹਾਉ ਦੀ ਪੰਕਤੀ ਵਿੱਚ ਆਖਿਆ, ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ। ਇਹ ਸਰਪਨੀ ਮਾਇਆ ਜਿਹੜੀ ਮਾਰੋ ਮਾਰ ਕਰਦੀ ਆ ਰਹੀ, ਸਭ ਨੂੰ ਕਾਬੂ ਕਰਕੇ ਆਪਣੇ ਅਸਰ ਥੱਲੇ ਲਿਆ ਰਹੀ। ਨਿਰਮਲ ਜਲ ਪੈਠੀ। ਹੁਣ ਜਲ ਦੇ ਲੱਲੇ ਨੂੰ ਸਿਆਰੀ ਹੈ। ਨਿਰਮਲ ਜਲ ਕਿਹੜਾ ਹੈ? ਪਵਿੱਤਰ ਜਲ ਕਿਹੜਾ ਹੈ? ਸਤ ਸੰਗਤ। ਸਤ ਸੰਗਤ ਵਿੱਚ ਆ ਕੇ ਇਹ ਸ਼ਾਂਤ ਹੋ ਜਾਂਦੀ, ਉੱਥੇ ਇਹਦਾ ਜ਼ੋਰ ਨਹੀਂ ਚੱਲਦਾ। ਹੁਣ ਅਸੀਂ ਗੁਰਬਾਣੀ ਵਿੱਚੋਂ ਇਹਨੂੰ ਸਿੱਧ ਕਰਨ ਲਈ ਇੱਕ ਸ਼ਬਦ ਦੀ ਟੇਕ ਲੈਂਦੇ।
ਗੁਰੂ ਪਾਤਸ਼ਾਹ ਕਹਿੰਦੇ ਨੇ, ਜਿਨ ਕੀਨੇ ਵਸ ਆਪਣੇ ਤ੍ਰੈ ਗੁਣ। ਇਹ ਤ੍ਰੈ ਗੁਣ ਦਾ ਮਤਲਬ ਹੈ ਤਿੰਨ ਗੁਣਾਂ ਵਿੱਚ ਵਿਚਰਨ ਵਾਲੀ ਸ੍ਰਿਸ਼ਟੀ ਦੇ ਲੋਕ, ਤਥਾ ਤਿੰਨ ਗੁਣਾਂ ਵਿੱਚ ਵਿਚਰਨ ਵਾਲੇ ਤਿੰਨ ਦੇਵਤੇ। ਜਿਨ ਕੀਨੇ ਵਸ ਆਪਣੇ ਤ੍ਰੈ ਗੁਣ, ਭਮਣ ਚਤੁਰ ਸੰਸਾਰਾ। ਇਹ ਜਿਹੜਾ ਸੰਸਾਰ, ਇਹਦੀਆਂ ਚੌਂ ਕੁੰਟਾਂ ਵਿੱਚ ਇਸ ਮਾਇਆ ਨੇ ਆਪਣਾ ਹੱਲਾ ਬੋਲਿਆ ਹੈ ਔਰ ਸਭ ਨੂੰ ਵਸ ਵਿੱਚ ਕਰ। ਜਿਨ ਕੀਨੇ ਵਸ ਆਪਣੇ ਤ੍ਰੈ ਗੁਣ, ਭਮਣ ਚਤੁਰ ਸੰਸਾਰਾ। ਜਗ ਇਸ਼ਨਾਨ ਤਾਪ ਥਾਨ ਖੰਡੇ, ਕਿਆਏ ਜੰਤ ਵਿਚਾਰਾ। ਇਹ ਜੀ ਵਿਚਾਰਾ ਕਿਹੜੇ ਬਾਗ ਦੀ ਮੂਲੀ। ਇਹ ਮਾਇਆ ਦੇ ਅਸਰ ਤੋਂ ਬਚਣ ਦਾ ਕਿਵੇਂ ਦਾਅਵਾ ਕਰ ਸਕਦਾ। ਪਰ ਮਹਾਰਾਜ ਕਹਿੰਦੇ ਨਹੀਂ, ਬਚਿਆ ਜਾ ਸਕਦਾ। ਆਖਿਆ ਇੱਕੋ ਹੀ ਤਰੀਕਾ, ਜਿਨ ਕੀਨੇ ਵਸ ਆਪਣੇ ਤ੍ਰੈ ਗੁਣ, ਭਮਣ ਚਤੁਰ ਸੰਸਾਰਾ। ਜਗ ਇਸ਼ਨਾਨ ਤਾਪ ਥਾਨ ਖੰਡੇ, ਕਿਆਏ ਜੰਤ ਵਿਚਾਰਾ। ਪ੍ਰਭ ਕੀ ਓਟ ਗਹੀ ਤੋ ਛੂਟੋ, ਸਾਧ ਪ੍ਰਸਾਦ ਹਰ 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 ਗਾਏ। ਬਿਖੇ ਬਿਆਦ ਤਬ ਹੂਟੋ। ਆਖਿਆ ਜੇ ਪ੍ਰਭੂ ਦੀ ਸ਼ਰਨ ਵਿੱਚ ਆ ਜਾਓ, ਉੱਥੇ ਮਾਇਆ ਦਾ ਅਸਰ ਨਹੀਂ ਚੱਲਦਾ। ਇਸੇ ਤਰ੍ਹਾਂ ਜਿਹੜਾ ਸਤ ਸੰਗਤ ਵਿੱਚ ਆ ਜਾਏ, ਉਹਦੇ ਉੱਤੇ ਮਾਇਆ ਦਾ ਅਸਰ ਨਹੀਂ ਹੁੰਦਾ। ਕਿਉਂ? ਜਿਨ ਤ੍ਰਿਭਵਨ ਡਸੀਅਲੇ। ਇੱਥੇ ਜਿੰਦੇ ਨੰਨੇ ਨੂੰ ਫਿਰ ਸਿਆਰੀ। ਜਿਸ ਮਾਇਆ ਨੇ ਤ੍ਰਿਭਵਨ, ਤਿੰਨੇ ਭਵਨ, ਸਾਰਾ ਸੰਸਾਰ ਡਸੀਅਲੇ, ਡੰਗ ਲਿਆ, ਸਭ ਉੱਤੇ ਆਪਣਾ ਅਸਰ ਪਾਇਆ। ਗੁਰ ਪ੍ਰਸਾਦ ਡੀਠੀ। ਹੁਣ ਇੱਥੇ ਪ੍ਰਸਾਦ ਦੇ ਦੱਦੇ ਨੂੰ ਸਿਆਰੀ। ਗੁਰੂ ਦੀ ਕਿਰਪਾ ਦੁਆਰਾ ਉਹਨਾਂ ਨੇ ਡੀਠੀ ਦੇਖ ਲਈ, ਇਹਦੀ ਅਸਲੀਅਤ ਨੂੰ ਸਮਝ ਲਈ ਵੀ ਇਹ ਮਾਇਆ ਤੇ ਗੁਜਰਾਨ ਵਾਸਤੇ ਹੈ। ਇਸੇ ਲਈ ਭਗਤਾਂ ਨੇ ਵੀ ਕਿਹਾ ਹੈਗਾ, ਹੇ ਸੱਚੇ ਪਾਤਸ਼ਾਹ, ਜੇ ਤੁਸੀਂ ਕਹੋ ਵੀ ਅਸੀਂ ਭੁੱਖੇ ਰਹਿ ਕੇ ਭਗਤੀ ਕਰੀਏ ਤੇ ਮੁਸ਼ਕਲ। ਭੁੱਖੇ ਭਗਤ ਨ ਕੀਜੈ, ਯਹ ਮਾਲਾ ਆਪਣੀ ਲੀਜੈ। ਭੁੱਖੇ ਰਹਿ ਕੇ ਭਗਤੀ ਨਹੀਂ ਕੀਤੀ ਜਾ ਸਕਦੀ। ਗੁਰ ਪ੍ਰਸਾਦ ਡੀਠੀ ਦਾ ਮਤਲਬ ਹੈ ਗੁਰੂ ਦੀ ਕਿਰਪਾ ਦੁਆਰਾ ਇਸ ਮਾਇਆ ਦੀ ਅਸਲੀਅਤ ਸਮਝ ਲਈ। ਇਹ ਮਾਇਆ ਤੇ ਗੁਜਰਾਨ ਵਾਸਤੇ ਹੈ, ਲੋੜ ਵਾਸਤੇ ਚਾਹੀਦੀ ਹੈ। ਮਾਰ ਮਾਰ ਸਰਪਨੀ, ਨਿਰਮਲ ਜਲ ਪੈਠੀ। ਸਭ ਨੂੰ ਡੰਗ ਮਾਰਦੀ ਹੈ, ਸਭ ਉੱਤੇ ਅਸਰ ਕਰਦੀ ਹੈ, ਪਰ ਨਿਰਮਲ ਜਲ ਪੈਠੀ, ਸਾਧ ਸੰਗਤ ਵਿੱਚ ਆ ਕੇ ਇਹਦਾ ਜ਼ੋਰ ਨਹੀਂ ਚੱਲਦਾ। ਜਿਨ ਤ੍ਰਿਭਵਨ ਡਸੀਅਲੇ। ਜਿਸ ਮਾਇਆ ਨੇ ਤਿੰਨਾਂ ਭਵਨਾਂ ਨੂੰ ਡਸ ਲਿਆ, ਸਾਰੇ ਸੰਸਾਰ ਨੂੰ। ਗੁਰ ਪ੍ਰਸਾਦ ਡੀਠੀ। ਗੁਰੂ ਦੀ ਕਿਰਪਾ ਦੇ ਨਾਲ ਉਹਦੀ ਅਸਲੀਅਤ ਸਮਝ ਆ ਗਈ ਕਿ ਇਹ ਤੇ ਨਾਸ਼ਵੰਤ ਹੈ, ਇਹ ਤੇ ਲੋੜ ਵਾਸਤੇ ਹੈ, ਇਹ ਤੇ ਗੁਜਰਾਨ ਵਾਸਤੇ। ਫਿਰ ਭਗਤ ਜੀ ਨੇ ਹੋਰ ਕਲੀਅਰ ਕਰਤਾ, ਸਰਪਨੀ ਸਰਪਨੀ ਕਿਆ ਕਹੋ ਭਾਈ। ਹੈ ਭਾਈ, ਕੀ ਤੁਸੀਂ ਮਾਇਆ ਮਾਇਆ ਦੀ ਗੱਲ ਕਰ ਰਹੇ ਹੋ? ਜਿਨ ਸਾਚ ਪਛਾਨਿਆ, ਤਿੰਨ ਸਰਪਨੀ ਖਾਈ। ਜਿਸ ਭਾਗਾਂ ਵਾਲੇ ਨੇ ਸਾਚ ਪਛਾਨੇ, ਬਈ ਸੱਚ ਕੀ ਹੈ, ਝੂਠ ਕੀ ਹੈ, ਸਾਡੇ ਨਾਲ ਨਿਭਣ ਵਾਲੀ ਕਿਹੜੀ ਚੀਜ਼ ਹੈ। ਜਿਨ ਸਾਚ ਪਛਾਨਿਆ, ਤਿੰਨ ਸਰਪਨੀ ਖਾਈ। ਖਾਈ ਦਾ ਮਤਲਬ ਹੈ ਇਸ ਨੂੰ ਖਤਮ ਕਰ ਦਿੱਤਾ, ਭਾਵ ਇਸ ਦੇ ਪ੍ਰਭਾਵ ਨੂੰ ਉਸ ਨੇ ਨਹੀਂ ਕਬੂਲਿਆ, ਕਿਉਂਕਿ ਉਹਨੂੰ ਅਸਲੀਅਤ ਦੀ ਸਮਝ ਆ ਗਈ। ਮੇਰੇ ਪਾਤਸ਼ਾਹ ਇਸੇ ਲਈ ਕਹਿੰਦੇ ਨੇ, ਕੋਈ ਜਾਣੈ ਕਮਨ ਇਹਾਂ ਜਗ ਮੀਤ।
ਜਿਸ ਹੋਏ ਕਿਰਪਾਲ ਸੋਈ ਬਿਧ ਬੂਝੇ ਤਾਕੀ ਨਿਰਮਲ ਰੀਤ। ਉਹਦੀ ਜੀਵਨ ਦਾ ਤਰੀਕਾ ਸਟਾਈਲ ਬਦਲ ਜਾਂਦਾ। ਉਹ ਕਿਰਤ ਵੀ ਕਰਦਾ ਹੈ, ਪਰ ਦਸਾਂ ਨੌਆਂ ਦੀ ਧਰਮ ਦੀ ਕਿਰਤ ਕਰਦਾ। ਭਾਈ ਗੁਰਦਾਸ ਜੀ ਨੇ ਕਿਹਾ, ਜਿਹੜਾ ਗੁਰੂ ਕਾ ਸਿੱਖ ਹੈ, ਗੁਰਸਿੱਖ ਭਲ ਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਵੰਦਾ। ਗੁਰ ਕੇ ਬਚਨ ਉਚਾਰ ਕੇ ਧਰਮਸਾਰ ਦੀ ਸੁਰਤ ਕਰਨ ਦਾ। ਸਾਧ ਸੰਗਤ ਵਿੱਚ ਜਾਏ ਕੇ ਗੁਰਬਾਣੀ ਦੇ ਪ੍ਰੀਤ ਸੁਣਨ ਦਾ। ਫਿਰ ਉੱਥੇ ਹੀ ਨਹੀਂ ਬੈਠਾ ਰਹਿੰਦਾ। ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸਾਦ ਆਣ ਵਰਤਨ ਦਾ। ਕਿਰਤ ਵਿਰਤ ਦੋ ਚੀਜ਼ਾਂ ਨੇ। ਕਿਰਤ ਕਰਦਿਆਂ ਵੀ ਆਪਣੀ ਬਿਰਤੀ ਨੂੰ ਧਰਮ ਵਾਲੇ ਪਾਸੇ ਰੱਖਦਾ। ਮੈਂ ਠੱਗੀ ਨਹੀਂ ਕਰਨੀ, ਮੈਂ ਹੇਰਾ ਫੇਰੀ ਨਹੀਂ ਕਰਨੀ, ਮੈਂ ਜੋ ਸੌਦਾ ਦੇਣਾ ਹੈ ਉਸ ਦਾ ਹੀ ਮੁੱਲ ਲੈਣਾ। ਤੋ ਕਹਿਣ ਦਾ ਮਤਲਬ ਉਸ ਨੇ ਇਸ ਸਰਪਣੀ ਦੇ ਪ੍ਰਭਾਵ ਨੂੰ ਖਤਮ ਕਰਤਾ। ਖਾਈ ਦਾ ਮਤਲਬ ਖਤਮ ਕਰਤਾ। ਜਿਨ ਸਾਚ ਪਛਾਨਿਆ ਤਿਨ ਸਰਪਣੀ ਖਾਈ। ਸਰਪਣੀ ਤੇ ਆਨ ਛੂਛ ਨਹੀਂ ਅਵਰਾ। ਆਖਿਆ ਸਰਪਣੀ ਤੋਂ ਬਿਨਾਂ ਵੀ ਕੋਈ ਨਹੀਂ। ਪਰ ਜਿਨ੍ਹਾਂ ਨੇ ਸੱਚ ਨੂੰ ਪਛਾਣ ਲਿਆ, ਜਿਹੜੇ ਗੁਰੂ ਦੇ ਦੱਸੇ ਰਾਹ ਤੇ ਚੱਲਦੇ ਨੇ, ਕਿਰਤ ਕਰਦੇ ਨੇ, ਨਾਮ ਜਪਦੇ ਨੇ, ਵੰਡ ਛਕਦੇ ਨੇ, ਉਹ ਸਰਪਣੀ ਦੀ ਮਾਰ ਥੱਲੇ ਨਹੀਂ ਆਉਂਦੇ। ਉਹ ਦਸਵੰਧ ਵੀ ਕਰਦੇ ਨੇ, ਲੋੜਵੰਦਾਂ ਦੀ ਸੇਵਾ ਵੀ ਕਰਦੇ ਨੇ। ਭਗਤ ਜੀ ਨੇ ਤਾਂ ਇੱਥੇ ਜ਼ਿਕਰ ਕਿਹਾ ਹੈ ਕਿ ਜਾ ਕੇ ਗ੍ਰਹਿ ਸੋਭਾਰੇ ਨਾਹੀਂ ਆਵਤ ਪਈਆ ਖੂਦੇ ਜਾਈ। ਜੇ ਗ੍ਰਸਤੀ ਦੇ ਕੋਲ ਮਾਇਆ ਨਾ ਹੋਵੇ, ਉਹਦੇ ਘਰ ਕੋਈ ਪ੍ਰਾਹੁਣਾ ਆ ਜਾਏ, ਕੋਈ ਅਤਿਥੀ ਆ ਜਾਏ, ਕੋਈ ਲੋੜਵੰਦ ਆ ਜਾਏ, ਤੇ ਉਹ ਫਿਰ ਭੁੱਖਾ ਜਾਏ। ਆਖਿਆ ਇਸ ਲਈ ਮਾਇਆ ਚਾਹੀਦੀ, ਪਰ ਮਾਇਆ ਦੇ ਕਮਾਉਣ ਦਾ ਤਰੀਕਾ ਠੀਕ ਹੋਵੇ, ਮਾਇਆ ਨੂੰ ਵੰਡਣ ਦਾ ਤਰੀਕਾ ਠੀਕ ਹੋਵੇ। ਮਾਇਆ ਦੁਆਰਾ ਹੰਕਾਰੀ ਨਾ ਬਣੇ, ਗਲਤ ਤਰੀਕੇ ਨਾਲ ਮਾਇਆ ਨਾ ਇਕੱਠੀ ਕਰਨ। ਇਹ ਠੀਕ ਹੈ ਕਿ ਸਰਪਣੀ ਤੋਂ ਬਚਿਆ ਹੋਇਆ ਕੋਈ ਨਹੀਂ ਹੈਗਾ। ਮਾਇਆ ਸਭ ਨੂੰ ਚਾਹੀਦੀ। ਜੇ ਲੰਗਰ ਲਾਉਣਾ ਤੇ ਮਾਇਆ ਚਾਹੀਦੀ, ਜੇ ਲੋੜਵੰਦਾਂ ਦੀ ਸੇਵਾ ਕਰਨੀ ਤੇ ਮਾਇਆ ਚਾਹੀਦੀ। ਪਰ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਮੰਨ ਲਿਆ, ਉਹਨਾਂ ਨੇ ਸਰਪਣੀ ਜੀਤੀ। ਜੀਤੀ ਦਾ ਮਤਲਬ ਹੈ ਇਸ ਨੂੰ ਵਸੀਕਰਨ ਕਰ ਲਿਆ, ਇਹਦੇ ਪ੍ਰਭਾਵ ਤੋਂ ਬਚ ਗਏ। ਸਰਪਣੀ ਤੇ ਆਨ ਛੂਛ ਨਹੀਂ ਅਵਰਾ। ਸਰਪਣੀ ਜੀਤੀ ਕਾਹ ਕਰੇ ਜਮਰਾ। ਤੇ ਜਿਨ੍ਹਾਂ ਨੇ ਇਸ ਮਾਇਆ ਦੇ ਪ੍ਰਭਾਵ ਨੂੰ ਖਤਮ ਕਰ ਦਿੱਤਾ, ਜਿਨ੍ਹਾਂ ਨੇ ਇਹਨੂੰ ਲੋੜ ਵਾਸਤੇ ਸਮਝਿਆ ਤੇ ਲੋੜ ਲਈ ਕਮਾਇਆ ਤੇ ਸੇਵਾ ਕੀਤੀ। ਇਸੇ ਲਈ ਪੁਰਾਤਨ ਗੁਰਸਿੱਖ ਕਿਹਾ ਕਰਦੇ ਸਨ, ਸੱਚੇ ਪਾਤਸ਼ਾਹ ਜੇ ਤੁਠੇ ਹੋ ਤੇ ਸਾਡੇ ਤੇ ਕਿਰਪਾ ਕਰੋ। ਸਿੱਖ ਭੁੱਖਾ ਮੁੜੇ ਨਾ, ਕੰਮ ਕਦੇ ਥੁੜੇ ਨਾ, ਧਨ ਕਦੇ ਜੁੜੇ ਨਾ। ਇੰਨੀ ਕੁ ਜ਼ਰੂਰ ਬਖਸ਼ੋ ਕਿ ਸਾਡੇ ਘਰ ਕੋਈ ਅਭਿਆਗਤ, ਕੋਈ ਅਤਿਥੀ ਆ ਜਾਏ ਲੋੜਵੰਦ, ਤੇ ਖਾਲੀ ਨਾ ਜਾਏ। ਕਿਉਂਕਿ ਅਸੀਂ ਗ੍ਰਸਤੀ ਹਾਂ, ਕਦੇ ਪੁੱਤਰ ਦਾ ਕਾਜ ਕਰਨਾ, ਕਦੇ ਧੀ ਦਾ ਕਰਨਾ, ਕੰਮ ਨਾ ਥੋੜੇ ਤੇ ਬਹੁਤਾ ਜੁੜੇ ਵੀ ਨਾ। ਲਓ, ਇਹ ਜੇ ਸਰਪਣੀ ਨੂੰ ਜਿੱਤਣ ਦਾ ਤਰੀਕਾ। ਸਰਪਣੀ ਤੇ ਆਨ ਛੂਛ ਨਹੀਂ ਅਵਰਾ। ਸਰਪਣੀ ਜੀਤੀ ਕਾਹ ਕਰੇ ਜਮਰਾ। ਹੁਣ ਜਮਰਾ ਦਾ ਅਰਥ ਜਮਦੂਤ ਵੀ ਹੈ, ਜਮਰਾ ਦਾ ਅਰਥ ਜਮਾਂ ਦਾ ਰਾਜਾ, ਧਰਮ ਰਾਜਾ ਵੀ। ਉਹ ਕੀ ਵਿਗਾੜ ਸਕਦਾ ਉਹਨਾਂ ਦਾ? ਇਹ ਸਰਪਣੀ ਤਾਂ ਕੀ ਕੀਤੀ ਹੋਈ। ਭਾਈ ਇਹ ਮਾਇਆ ਵੀ ਪਰਮਾਤਮਾ ਨੇ ਆਪ ਹੀ ਬਣਾਈ ਹੈ, ਕਿਉਂਕਿ ਮਾਇਆ ਤੋਂ ਬਿਨਾਂ ਕੋਈ ਕਾਰਜ ਸਿਰੇ ਨਹੀਂ ਚੜ੍ਹ ਸਕਦਾ। ਬਲ ਅਬਲ ਕਿਆ ਇਸਤੇ ਹੋਈ। ਇਹਦੇ ਵਿੱਚ ਕੋਈ ਸਮਰੱਥਾ ਨਹੀਂ, ਨਾ ਇਹ ਬਲ ਹੈ ਨਾ ਅਬਲ ਹੈ। ਇਹ ਤੇ ਪਰਮਾਤਮਾ ਨੇ ਸਾਡੀ ਲੋੜ ਵਾਸਤੇ ਬਣਾਈ। ਇਹ ਨਹੀਂ ਕੁਝ ਕਰ ਸਕਦੇ। ਇਹਨੂੰ ਤੇ ਅਸੀਂ ਆਪ ਹੀ ਸਿਰ ਤੇ ਚਾੜ ਲੈਂਦੇ ਹਾਂ, ਤੇ ਜਦੋਂ ਇਹ ਸਿਰ ਤੇ ਚੜ੍ਹ ਜਾਂਦੀ ਹੈ, ਫਿਰ ਅਗਰ ਕਿਸ ਕੇ ਬੜੇ ਠਗਾਊ
ਛੋੜੈ ਨਾਹੀ ਬਾਪ ਨਾ ਮਾਊ। ਭਾਈ ਪਰਮਾਤਮਾ ਦੇ ਨਾਲ ਜੁੜੇ ਰਹੋ। ਇਹ ਬਸਤੀ ਤਾਂ ਬਸ ਸਰੀਰਾ, ਇਹ ਜਿਹੜਾ ਸਰੀਰ ਹੈ ਇਹ ਉਦੋਂ ਤੀਕਰ ਹੀ ਹਿਲ ਜੁਲ ਕੰਮ ਕਰਦਾ ਜਦੋਂ ਤੀਕਰ ਇਸ ਮਾਇਆ ਨੂੰ ਲੋੜ ਅਨੁਸਾਰ ਕਮਾਉਣ ਦਾ ਯਤਨ ਕੀਤਾ ਜਾਏ। ਗੁਰ ਪ੍ਰਸਾਦ ਸਹਿਜ ਤਰੇ ਕਬੀਰਾ। ਕਬੀਰ ਜੀ ਫਰਮਾਉਂਦੇ ਨੇ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਦਿੱਤੀ ਹੋਈ ਸਿੱਖਿਆ ਤੇ ਚੱਲ ਕੇ ਸਹਿਜ ਤਰੇ ਕਬੀਰਾ, ਸਹਿਜੇ ਹੀ ਕਬੀਰ ਜੀ ਕਹਿੰਦੇ ਨੇ ਮੈਂ ਤੇ ਸੰਸਾਰ ਤੋਂ ਤਰ ਗਿਆ, ਮੈਂ ਇਸ ਮਾਇਆ ਦੇ ਪ੍ਰਭਾਵ ਤੋਂ ਬਚ ਗਿਆ। ਤੋ ਸਾਧ ਸੰਗਤ ਇਸ ਸ਼ਬਦ ਨੂੰ ਖੋਲ੍ਹਣ ਲਈ, ਵਿਚਾਰਨ ਲਈ ਬਹੁਤ ਸਮਾਂ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।